Dear students, welcome back to the session of class 8th math subject. Students, our next exercise is 6.4 from unit cube and cube root और इस exercise ਦੇ ਵਿੱਚ ਬੱਚੋ ਅਸੀਂ ਜੋ ਸਮ ਕਰਨੇ ਹਨ ਉਹ cube root ਦੇ basis ਤੇ ਹਨ ਔਰ cube root ਨੂੰ ਬੱਚੋ ਅਸੀਂ prime factorization method ਰਾਹੀਂ find out ਕਰਦੇ ਹਾਂ previous ਜਿਹੜੀ ਐਕਸਰਸਾਈਜ਼ ਸੀ ਉਸ ਵਿੱਚ ਵੀ ਆਪਾਂ ਕਿਊਬ ਰੂਟ ਤਾਂ ਨਹੀਂ ਫਾਈਂਡ ਕੀਤੇ ਸੀ, ਅਸੀਂ ਪਰਫੈਕਟ ਕਿਊਬ ਬਣਾਇਆ ਸੀ। ਠੀਕ ਹੈ, तो ਅੱਜ ਜਿਹੜਾ ਹੈ ਅੱਜ ਅਸੀਂ ਕਿਊਬ ਰੂਟ ਨੂੰ ਫਾਈਂਡ ਆਊਟ ਕਰਨਾ ਹੈ। तो ਇਹਨੂੰ ਜ਼ਿਆਦਾਤਰ ਜਿਹੜੀ ਹੈ ਅਭਾਜ ਗੁਣਨਖੰਡ ਵਿਧੀ ਜਿਸ ਨੂੰ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਕਹਿੰਦੇ ਹਾਂ ਉਸ ਰਾਹੀਂ ਅਸੀਂ ਫਾਈਂਡ ਆਊਟ ਕਰਾਂਗੇ। ਤੇ ਪਹਿਲਾ ਜਿਹੜਾ ਕੁਐਸਚਨ ਹੈਗਾ ਉਹ ਬੱਚੋ ਕੀ ਹੈ ਕਿ ਇੱਕ ਨੰਬਰ ਦਾ ਕਿਊਬ, ਠੀਕ ਹੈ ਧਿਆਨ ਨਾਲ ਸਮਝਿਓ, ਕਿਊਬ ਆਫ ਕਿ ਇੱਕ ਸੰਖਿਆ ਦਿੱਤੀ ਹੈ ਉਸ ਦਾ ਕਿਊਬ, ਕਿਊਬ ਦਾ ਮਤਲਬ ਕੀ ਹੁੰਦਾ ਹੈ ਕਿ ਉਸ ਨੂੰ 3 ਵਾਰ ਮਲਟੀਪਲਾਈ ਕਰਕੇ ਤੁਹਾਨੂੰ ਕਿਹਦੇ ਇਕੁਅਲ ਮਿਲਿਆ ਉਹ 64 ਦੇ, यानी कि एक नंबर है, मान लो ਤੁਹਾਡੇ ਕੋਲ ਨੰਬਰ ਹੈਗਾ a, ਉਸ a ਦਾ ਕਿਊਬ ਦਾ ਮਤਲਬ ਹੈ ਕਿ a 3 ਵਾਰ ਗੁਣਾ ਹੋ ਗਈ, ਉਹ ਕਿਹਦੇ ਬਰਾਬਰ ਹੈ 64 ਦੇ ਬਰਾਬਰ ਹੈ। ਠੀਕ ਹੈ, तो देखो a और a ਇਹ ਆਧਾਰ ਹਨ, ਇਹਦੀਆਂ ਇਹ ਜਿਹੜੀਆਂ ਨੇ ਆਧਾਰ ਮਤਲਬ ਬੇਸ ਹਨ, ਬੇਸ ਦੀਆਂ ਪਾਵਰ ਜਿਹੜੀਆਂ 1 + 1 + 1 ਹੈ, यानी कि ਇਹ a ਦੀ ਪਾਵਰ 3 ਹੋ ਜਾਏਗਾ, ਉਹਦਾ ਵੀ a 3 ਵਾਰ ਹੈ तो a ਦੀ ਪਾਵਰ 3 ਹੋ ਜਾਏਗਾ ਇਕੁਅਲ ਟੂ 64। ਹੁਣ ਤੁਸੀਂ ਇੱਥੇ ਉਹ ਨੰਬਰ ਫਾਈਂਡ ਆਊਟ ਕਰਨਾ, यानी कि ਇਹ ਨੰਬਰ ਜਿਹੜੀ ਕਿ ਮੰਨ ਲਓ ਸੰਖਿਆ ਜਿਹੜੀ ਹੈ ਉਹ ਕਿਹਦੇ ਬਰਾਬਰ ਹੈ, ਉਹਨੂੰ ਅਸੀਂ ਨੰਬਰ ਜਿਹੜਾ ਹੈ ਉਹ ਕਿਹਦੇ ਬਰਾਬਰ ਮੰਨ ਲਿਆ a। ਠੀਕ ਹੈ, तो a ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। ਹੁਣ ਕਰਨ ਦਾ ਤਰੀਕਾ ਕੀ ਹੈ, ਦੇਖੋ a ਦੀ ਵੈਲਿਊ ਕੱਢਣੀ ਹੈ ਪਰ ਇਹ a ਕਿਊਬ ਹੈਗਾ, ਇਹ ਕੀ ਹੈ a ਕਿਊਬ, ਤੇ 64 ਦੇ ਅਗਰ ਤੁਸੀਂ ਪਿਆਰੇ ਵਿਦਿਆਰਥੀਓ ਗੁਣਨਖੰਡ यानी कि ਪ੍ਰਾਈਮ ਫੈਕਟਰਸ ਬਣਾਉਂਦੇ ਹੋ ਤਾਂ ਉਹ ਕਿੱਦਾਂ ਆਣੇ, ਦੇਖੋ ਮੈਂ ਇਹਨੂੰ 4 ਤੇ ਕਰ ਦੇਣਾ, 16 ਚੌਕੇ 64 ਹੁੰਦੇ ਨੇ, ਉਸ ਤੋਂ ਬਾਅਦ 4 ਚੌਕੇ ਕਿੰਨੇ ਹੁੰਦੇ ਨੇ 16, ਇਹਦਾ ਮਤਲਬ ਇੱਥੇ 4 64 ਜਿਹੜਾ ਹੈ ਉਹ ਕਿੰਨੀ ਵਾਰ ਲਿਖੂੰ, 64 ਨੂੰ ਤੁਸੀਂ 4 ਦੀ ਫਾਰਮ 'ਚ ਲਿਖਣਾ ਹੈ ਤੇ 4 ਕਿੰਨੀ ਵਾਰ ਆਊਗਾ 3 ਵਾਰ ਆ ਜਾਏਗਾ। ਠੀਕ ਹੈ, ਕਿੰਨੀ ਵਾਰ ਆ ਜਾਏਗਾ 3 ਵਾਰ। ਓਕੇ, तो ਇਹਦਾ ਮਤਲਬ 4 ਦੀ ਪਾਵਰ ਜਿਹੜੀ ਆ ਉਹ ਕਿੰਨੀ ਬਣ ਗਈ 3। ਹੁਣ ਇਹ ਵਾਲੀ ਪਾਵਰ ਨੂੰ ਤੁਸੀਂ ਇਸ ਪਾਵਰ ਦੇ ਨਾਲ ਕੱਟ ਦਿੱਤਾ ਤਾਂ ਤੁਹਾਨੂੰ a ਦੀ ਵੈਲਿਊ ਕਿੰਨੀ ਮਿਲੀ 4 ਦੇ ਬਰਾਬਰ। ਠੀਕ ਹੈ, a ਦੀ ਵੈਲਿਊ ਕਿੰਨੀ ਮਿਲੀ 4 ਦੇ ਬਰਾਬਰ। ਦੂਸਰਾ ਤਰੀਕਾ ਕੀ ਹੈ, ਇਹ ਆਨਸਰ ਆ ਗਿਆ। ਦੂਸਰਾ ਤਰੀਕਾ ਸੀਗਾ ਕਿ a ਕਿਊਬ ਜਿਹੜਾ ਹੈ ਉਹ 64 ਦੇ ਬਰਾਬਰ ਹੈ, ਜਦੋਂ ਤੁਸੀਂ ਇਸ ਪਾਵਰ ਨੂੰ यानी कि a ਦੀ ਪਾਵਰ 3 ਹੈ ਇਹਨੂੰ ਦੂਸਰੀ ਸਾਈਡ ਤੇ ਲੈ ਕੇ ਜਾਣਾ ਹੈ तो ਇਹ ਪਾਵਰ ਜਿਹੜੀ ਹੈ ਇਹ ਕਿੰਨੀ ਹੋ ਜਾਏਗੀ, ਇਹ ਪਾਵਰ ਜਿਹੜੀ ਹੈ ਬੱਚੋ 1/3 ਹੋ ਜਾਏਗੀ। ਕਿੰਨੀ ਹੋ ਜਾਏਗੀ 1/3, 3 ਤੋਂ ਕੀ ਬਣ ਗਈ ਦੂਸਰੀ ਸਾਈਡ ਜਾ ਕੇ 1/3, यानी कि ਇਹਦਾ ਕਿਊਬ ਰੂਟ ਬਣ ਗਿਆ। तो 64 ਦਾ ਕਿਊਬ ਰੂਟ ਦਾ ਫਾਰਮੂਲਾ ਸਿੰਬਲ ਇਹ ਹੁੰਦਾ, ਇੱਥੇ 3 ਪਾਣਾ, ਇਹ ਯਾਦ ਰੱਖਣਾ। ਕਿਊਬ ਰੂਟ ਦਾ ਸਿੰਬਲ ਕੀ ਹੁੰਦਾ ਹੈ ਕਿ ਕਿਸੇ ਦੀ ਵੀ ਪਾਵਰ 1/3 ਤੇ ਕਿਊਬ ਰੂਟ ਜਿਹੜਾ ਹੈ ਉਹ ਇੱਥੇ ਫਿਰ 2 ਦੀ ਜਗ੍ਹਾ 3 ਆ ਜਾਂਦਾ ਹੈ, ਵਰਗਮੂਲ ਚ ਇੱਥੇ यानी कि ਸਕੁਅਰ ਰੂਟ ਚ 2 ਆਉਂਦਾ ਹੈ ਤੇ ਕਿਊਬ ਰੂਟ ਦੇ ਵਿੱਚ ਇੱਥੇ 3 ਆ ਜਾਊਗਾ। ਓਕੇ, ਤੇ ਬਾਕੀ ਸੇਮ ਤਰੀਕੇ ਨਾਲ ਇਹਦੇ ਵੀ ਵਿੱਚੋਂ 3 ਦੀ ਗਰੁੱਪਿੰਗ ਹੋ ਗਈ। ਠੀਕ ਹੈ, तो ਉਹਨੂੰ ਤਿੰਨਾਂ ਦੇ 3 ਵਾਰ 4 ਇੱਥੇ ਆ ਰਿਹਾ, ਉਹਦੇ ਵਿੱਚੋਂ 1 4 ਬਾਹਰ ਚਲਾ ਗਿਆ ਤਾਂ ਇਹ 4 ਇਹਦਾ ਆਨਸਰ ਆ ਜਾਏਗਾ। ਤਾਂ ਦੋ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, तो ਇਹ ਸੀਗਾ ਪਹਿਲਾ ਸਮ। ਉਸ ਤੋਂ ਬਾਅਦ ਹੁਣ ਨੈਕਸਟ ਸਮ ਜਿਹੜਾ ਅਸੀਂ ਕਰਨ ਜਾ ਰਹੇ ਹਾਂ, this is cube of a number is 3375, cube of a number is 3375, find the number। तो ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਅਗੇਨ ਸੇਮ ਹੀ ਕੁਐਸਚਨ ਹੈ ਕਿ ਮੰਨ ਲਓ ਤੁਹਾਡੇ ਕੋਲ let the number is, let the number ਕਿ ਮੰਨ ਲਓ ਸੰਖਿਆ ਜਿਹੜੀ ਹੈ ਉਹ ਤੁਸੀਂ x ਮੰਨ ਲਓ ਹੁਣ, ਤੇ x ਦਾ ਕਿਊਬ ਕਿੰਨਾ ਹੋਏਗਾ x into x into x equal to ਇਹਦੇ ਇਕੁਅਲ ਹੈ 3375। ਠੀਕ ਹੈ, तो x ਦੀ ਪਾਵਰ ਕਿੰਨੀ ਹੋ ਗਈ 3 ਔਰ ਇੱਧਰ ਕੀ ਆਣਾ 3375। ਹੁਣ ਜਦੋਂ ਇਹ 3 ਵਾਲੀ ਪਾਵਰ ਜਿਹੜੀ ਹੈ ਦੂਸਰੀ ਸਾਈਡ ਜਾਏਗੀ, ਇਹੀ ਉਹਦੀ ਪਾਵਰ 1/3 ਹੋ ਜਾਏਗੀ ਜਿਸ ਨੂੰ ਅਸੀਂ ਉਸ ਦਾ ਕਿਊਬ ਰੂਟ ਕਹਿੰਦੇ ਹਾਂ। ਓਕੇ, तो 3375 ਦਾ ਜਿਹੜਾ ਤੁਸੀਂ ਕਿਊਬ ਰੂਟ ਫਾਈਂਡ ਆਊਟ ਕਰੋਗੇ ਉਹਦੇ ਲਈ ਤੁਸੀਂ ਪ੍ਰਾਈਮ ਫੈਕਟਰਸ ਬਣਾਓਗੇ, तो ਇਹ 3 ਤੇ ਵੀ ਚੱਲ ਜੂਗਾ 5 ਤੇ ਵੀ ਜਾ ਸਕਦਾ। तो 3 ਤੇ ਗਿਆ 11 3 33, 3 दूनी 6, 5 दूनी 5 तीए 15। ठीक है, उस तो बाद फिर 3 ਤੇ ਜਾਏਗਾ 3 तीए 9 4 नहीं फिर ये 3 ਤੇ ਹਾਂਜੀ 3 तीए 9 7 तीए 21। ठीक है, ਇੱਥੇ ਥੋੜੀ ਗੜਬੜ ਹੋ ਗਈ ਕਿਉਂਕਿ 11 ਸੀਗੇ ਨਾ, 3 तीए 9 2, 11 ਚੋਂ 9 ਕੱਢੇ 3 ਕਿੰਨੇ ਬਚੇ 2 बच गए, तो इतने 2 ਹਨ 21, 7 तीए 21 बन गए, 5 तीए 15। ठीक है, तो मतलब ਤੁਸੀਂ ਇਹਦੇ ਫੈਕਟਰ ਬਣਾ ਸਕਦੇ ਹੋ 3 1 3 3 2 6 3 5 15। ठीक है, ਉਸ ਤੋਂ ਬਾਅਦ ਹੁਣ ਇਹ 5 ਤੇ ਜਾਏਗਾ 5 5 25
नीचे 25 ਜਿਹੜੇ ਆ ਤੁਸੀਂ ਇਸ ਤਰੀਕੇ ਨਾਲ ਲਿਖ ਦੂੰਗੇ। ਠੀਕ ਹੈ, ਹੁਣ ਦੇਖੋ 3 ਦਾ ਵੀ ਪੇਅਰ ਬਣਦਾ ਪਿਆ ਔਰ ਸੌਰੀ 3 ਦੇ ਵੀ ਜਿਹੜਾ ਗਰੁੱਪ ਜਿਹੜਾ 3 ਦਾ ਗਰੁੱਪ 3 ਦਾ ਬਣਦਾ ਪਿਆ, 5 ਦਾ ਜਿਹੜਾ 3 ਦਾ ਗਰੁੱਪ ਜਿਹੜਾ ਉਹ ਬਣਦਾ ਪਿਆ। ਠੀਕ ਹੈ, ਤੋ 3 ਦੇ ਗਰੁੱਪ ਜਿਹੜੇ ਆ ਉਹ ਦੋਨੋਂ ਨੰਬਰ ਦੇ ਹਨ, ਇੱਕ 3 ਹੈ ਇੱਕ 5 ਹੈ। ਠੀਕ ਹੈ, ਤੋ ਇੱਥੇ ਤੁਸੀਂ ਕੀ ਕਰਨਾ ਹੈ, ਇਹਨੂੰ ਸਾਰੇ ਨੂੰ ਦੁਬਾਰਾ ਲਿਖ ਦੇਣਾ, ਇੱਥੇ 3 ਪਾ ਦੇਣਾ ਜੀ, 3 into 3 into 3 5 into 5 into 5। ਠੀਕ ਹੈ, ਤੋ ਇਹ 3 ਦਾ ਗਰੁੱਪ ਬਣ ਗਿਆ, ਇੱਕ ਇਹ 3 ਦਾ ਗਰੁੱਪ ਬਣ ਗਿਆ। ਇਹਦੇ ਵਿੱਚੋਂ ਇੱਕ ਵਾਰ 3 ਬਾਹਰ ਆ ਜਾਣਾ, ਇਹਦੇ ਵਿੱਚੋਂ ਇੱਕ ਵਾਰ 5 ਜਿਹੜਾ ਉਹ ਬਾਹਰ ਆ ਜਾਏਗਾ। ਤੋ 5 ਦੀ 15 ਇਹਦਾ ਆਂਸਰ ਹੋਏਗਾ। ਠੀਕ ਹੈ, ਤੋ ਸੈਂਟੀਮੀਟਰ ਚਲੋ ਦਿੱਤਾ ਨਹੀਂ, ਜੋ ਇਕਾਈ ਨਹੀਂ ਦਿੱਤੀ ਤਾਂ ਫਿਰ ਤੁਸੀਂ ਸਿੱਧਾ ਹੀ ਲਿਖਣਾ ਕਿ ਇਹ ਨੰਬਰ ਹੈ। ਠੀਕ ਹੈ, यूनिट देते होंगे फिर यूनिट देख लेना है। ओके, तो ये इस तरह होना है, सौखा ही है, साम कोई ज़्यादा औखा काम नहीं हैगा। ठीक है, अगले होना है फाइंड द क्यूब रूट ऑफ ईच ऑफ द फॉलोइंग नंबर्स बाय प्राइम फैक्टराइजेशन मैथड। तो सब तो पहला ये 5 8 3 2 ये फैक्टर्स बनाने हैं, तो प्राइम फैक्टर बना के उस तो बाद फिर ਇਹਦਾ क्यूब रूट ਜਿਹੜਾ है वो फाइंड आउट करना है। ठीक है, तो सब तो पहला ये देखो 2 ਤੇ जा सकता क्योंकि ईवन नंबर है, दिस इज है ईवन नंबर। तो ईवन नंबर का मतलब 2 ਤੇ जो जाएगा 2 दूनी 4 9 दूनी 18 2 एकम 2 6 दूनी 12। ठीक है, फिर उस तो बाद फिर 2 ਤੇ जाएगा 2 एकम 2 4 दूनी 8 5 दूनी 10 8 दूनी 16, फिर उस तो बाद 7 दूनी 14 2 दूनी 4 9 दूनी 18। ठीक है, हुणे 3 ਤੇ जा सकता, 3 दूनी 6 4 तीए 12 3 तीए 9। ठीक है, सिमिलरली फिर 3 ਤੇ जाएगा 8 तीए 24 3 एकम 3। ठीक है, फिर 27 तीया 81। ओके, उस तो बाद 9 तीया 27 लास्ट विच 3 तीए 9। हुण तुसीं देखो 3 का ग्रुप ए बन गया, 3 का ग्रुप ए बन गया, 3 का ग्रुप ए बन चुका है। तो क्यूब रूट जो तुसीं फाइंड आउट किया 5 8 3 2 का जो तुसीं क्यूब रूट फाइंड आउट करोगे 2 into 2 into 2 3 into 3 into 3 5 सॉरी 3 into 3 into 3। ठीक है, तो इत्थे देखो आ चीज़ का ध्यान जरूर रखना, इत्थे 3 जरूर लिखना है क्यूब रूट दे विच। ठीक है, ये गलती नहीं करनी। तो ये देखो इत्थों 2 बार आ गया, इत्थों 3 बार आ जाएगा, इत्थों भी 3 बार आ जाएगा, 3 दूनी 6 6 ती 18, तो 18 ਇਹਦਾ आंसर होएगा। ठीक है, 18 ਇਹਦਾ आंसर होएगा। इदां ही बच्चों बाकी ਜਿਹੜੇ ਸਮ ਹਨ ਉਹ ਵੀ ਪ੍ਰਾਈਮ ਫੈਕਟਰਾਈਜੇਸ਼ਨ ਦੇ ਮੈਥਡ ਦੇ ਰਾਹੀਂ ਹੀ करने ਹਨ। ठीक है, प्राइम फैक्टर्स पूरे बना लेने, ज़्यादा होया ज़्यादा कोई डिफिकल्टी हुई तो 3 वाला जिदा हुण मैं सैकेंड सम एक कर देना। ठीक, तो वो मैं सौखा तरीका तुहानूं दस देना, वैसे वो चलो प्राइम फैक्टर्स तो नहीं होणगे पर तुहाडा आंसर गलत नहीं होएगा। ठीक है, तो शॉर्टकट में जाना है तो फिर इदा कर सकते हो। तो सब तो पहला ये देखो ये वाला जिहड़ा नंबर है 216 ये 2 ते जाएगा। ठीक है, इनू करना है, इहदी चिंता नहीं करनी, 3 जीरोस का चिंता नहीं करनी क्योंकि 3 जीरोस का मतलब है 10 गुणा 10 गुणा 10। जो 3 जीरोस आ जांदियां पिछे उहदी चिंता नहीं करी दी। ठीक है, सिर्फ और सिर्फ फिर 216 का ही तुसीं जिहड़े क्यूब रूट फाइंड आउट कर लो, उहदा ते सीधा ही 1000 का पता ही है सानू क्योंकि ये 2,16,000 जिहड़ा हैगा इहदा मतलब ये है कि 216 की 1000 के नाल गुणा है। ਤੇ ਜਦੋਂ ਇਹਦਾ ਤੁਸੀਂ ਕਿਊਬ ਰੂਟ ਫਾਈਂਡ ਆਊਟ ਕਰੋਗੇ 216 ਦਾ ਅਲੱਗ ਕਰ ਲਓ, ਇਹਦਾ ਅਲੱਗ ਕਰਕੇ 10 ਹੀ ਸਿੱਧਾ ਹੀ ਆ ਜਾਣਾ ਕਿਉਂਕਿ 3 ਜ਼ੀਰੋ ਆ, 3 ਜ਼ੀਰੋਆਂ ਚੋਂ 1 ਜ਼ੀਰੋ ਬਾਹਰ ਆਏਗੀ ਕਿਊਬ ਰੂਟ ਦੇ ਵਿੱਚ। ਠੀਕ ਹੈ, 3 ਜ਼ੀਰੋਸ 1 ਦੇ ਨਾਲ 3 ਜ਼ੀਰੋਸ ਆ ਤਾਂ 1 ਜ਼ੀਰੋ ਜਿਹੜੀ ਆ ਉਹ ਬਾਹਰ ਆਏਗੀ। ਓਕੇ, ਤੇ 216 ਦਾ ਤੁਸੀਂ ਅਲੱਗ ਕਰ ਲਓ। ਓਕੇ, ਤੇ ਇਸ ਵਿੱਚ ਕੀ ਹੈਗਾ 2 1 2 0 108 आ गया, ਇਹਨੂੰ 00 ਨਾਲ ਹੀ ਲਿਖ ਦੇਣਾ। ਠੀਕ ਹੈ, ਇਹ ਮਤਲਬ ਉਦੋਂ ਤੱਕ ਕਰਨਾ ਜਦੋਂ ਤੱਕ ਤੁਹਾਡਾ 1000 ਨਹੀਂ ਬਣ ਜਾਂਦਾ। ਠੀਕ ਹੈ, ਉਸ ਤੋਂ ਬਾਅਦ 2 ਤੇ ਫਿਰ ਜਾਏਗਾ 5 दूनी 10। ਓਕੇ, ਇਹ 00 ਨਾਲ ਆ ਗਿਆ। ਹੁਣ ਕੀ ਆ ਜਾਣਾ 27 दूनी 54। ਓਕੇ, ਇਹ ਨਾਲ ਆ ਗਿਆ। ਠੀਕ ਹੈ, ਫਿਰ ਇਸ ਤੋਂ ਬਾਅਦ 3 ਤੇ ਜਾਏਗਾ, ਕਿੰਨਾ ਆ ਗਿਆ 9000। ਉਸ ਤੋਂ ਬਾਅਦ ਫਿਰ 3 ਤੇ ਜਾਏਗਾ 3000। ओके, फिर उस तो बाद फिर किन्ने ते जाएगा 3 ते 1000। हुण 1000 नूं किद्दां कीता, वैसे तो ये प्राइम फैक्टर नहीं हैं पर तुहाडा कोई गलत नहीं करूगा, तो 10 10 into 10 इनू सिंपल रहन दो। ठीक है, मेक इट सिंपल, ज़्यादा डिफिकल्टी च पे तो फिर प्रॉब्लम हो जानी, तुहानूं प्रॉब्लम होनी है, उन्होंने उस लैवल तक नहीं जाना। ठीक है, कर सकते अगे तो अगे लेंथ ही करी जाओ, तुहाडी मर्जी है, पर तुसीं बैटर हैगा कि 216 का अलग कर ले, 1000 का तो सीधा ही निकल जाना। 1000 का तो सीधा ही पता है कि 10 आ जी क्यूब रूट। ठीक है, इदां ही जे तुसीं स्केयर रूट हुंदा ते स्केयर रूट चलो इहदा ते नहीं होना सीगा। एक मिनट मैनूं देख लैण दो, हाँ कोई होर नंबर इत्थे चलो हो जाए जिद्दां 64 इहदा करना होवे। ठीक है, दा स्केयर रूट फाइंड आउट करना होवे, तुहानूं पता 64 का स्केयर रूट जिहड़ा हैगा 8 64 हुंदे,
ठीक है। तो आ ਜਿਹੜਾ 100 ਆ 100 ਦਾ ਸਕੁਅਰ ਰੂਟ ਕਿੰਨਾ ਹੁੰਦਾ 10, तो ਇਹਦਾ ਸਿੱਧਾ ਆਨਸਰ ਕਿੰਨਾ ਆ ਗਿਆ 10 80 10 ਨਾਲ ਮਲਟੀਪਲਾਈ ਕਰ ਦੋ ਆਇਆ ਉੱਥੇ ਵੀ 10 ਆ ਪਰ ਇਹ ਸਕੁਅਰ ਰੂਟ ਚ 2 ਜ਼ੀਰੋ ਚਾਹੀਦੀਆਂ ਠੀਕ ਹੈ। ਤੇ ਆ ਜਿਹੜਾ ਪੂਰਾ ਪੂਰਾ ਹੋਣਾ ਚਾਹੀਦਾ ਉਹ ਪੂਰਾ ਪੂਰਾ ਪਰਫੈਕਟ ਕਿਊਬ ਉਹਦਾ ਜਾਂ ਪਰਫੈਕਟ ਸਕੁਅਰ ਉਹਦਾ ਬਣਨਾ ਚਾਹੀਦਾ ਠੀਕ ਹੈ। ਇਹ ਚੀਜ਼ ਹੁੰਦੀ ਹੈ ਇੰਨਾ ਦਿਮਾਗ ਤੁਸੀਂ ਜੇ ਲਗਾਓਗੇ ਤਾਂ ਤੁਹਾਡਾ ਕਦੀ ਗਲਤ ਨਹੀਂ ਹੋਏਗਾ ਸਵਾਲ ठीक है। इन्ना सोचना पैंदा बार बार देखना पैंदा भी हाँ भी है की आ देखो हुण एक ही है 2 इंटू 2 इंटू 2 ठीक है इधर 3 इंटू 3 इंटू 3 ओके 2 इंटू 2 इंटू 2 कितना हो गया 8 और 3 इंटू 3 ਜਿਹੜਾ ਹੈਗਾ मतलब ਇਹਦੇ ਵਿੱਚੋਂ ਇੱਕ ਮਿੰਟ ਇਹਦੇ ਵਿੱਚੋਂ 1 2 ਬਾਹਰ ਆਣਾ ਹੈਗਾ ਆ ਤਿੰਨ ਜਿਹੜੇ ਹੈਗੇ ਇਹਦੇ ਵਿੱਚੋਂ 3 ਇੱਕ ਬਾਰ ਬਾਹਰ ਆਣਾ ਆ ਜਿਹੜੇ 10 ਹੈਗੇ ਆ ਇਹਦੇ ਵਿੱਚੋਂ ਇੱਕ ਵਾਰ 10 ਆਣਾ ਠੀਕ ਹੈ। ਸਾਰਿਆਂ ਦੀ ਮਲਟੀਪਲੀਕੇਸ਼ਨ ਕਰ ਦੋ 600 ਇਹਦਾ ਆਨਸਰ ਹੈ ਜੀ ठीक है 600 आंसर आ जाएगा आई गल समझ के नहीं ठीक है 600 नहीं सॉरी 10 हैगा ना 60 आएगा ओके हाँ 60 आंसर आएगा 10 है ना 100 नहीं हैगा समझ आई गल वो चलो मैं इन्हू शॉर्टकट च करता वैसे इदा हैगा ना तुसीं इहनूं जदों करोगे 2 इंटू 2 इंटू 2 3 इंटू 3 इंटू 3 इत्थे की आना 10 इंटू 10 इंटू 10 ठीक है। हुण तुसीं देखो ये चो एक क्यूब रूट आ इत्थे 3 लिखना है ਤੇ ਨਾਲ ਇੱਥੇ ਨੰਬਰ ਪਾ ਦੇਣਾ तो ਇਹਦੇ ਵਿੱਚੋਂ 2 ਬਾਰ ਆਇਆ ਇਹਦੇ ਵਿੱਚੋਂ 3 ਬਾਰ ਆਇਆ ਇਹਦੇ ਵਿੱਚੋਂ 10 3 दूनी 6 6 गुणा 10 ਕਿੰਨਾ ਹੋ ਗਿਆ 60 ਆਨਸਰ ਇਦਾਂ ਹੈਗਾ ਠੀਕ ਹੈ। ਅਗਲਾ ਕੁਐਸਚਨ ਵੀ ਦੇਖੋ ਹੁਣ ਧਿਆਨ ਨਾਲ ਦੇਖਿਓ ਇਹਦੇ ਵਿੱਚ ਥੋੜੀ ਦਿੱਕਤ ਆਣੀ ਤੁਹਾਨੂੰ ਇਹ ਚ ਇਦਾਂ ਦਾ ਕੋਈ ਲੌਜੀਕ ਨਹੀਂ ਲੱਗਣਾ ਕਿਉਂਕਿ ਇੱਥੇ ਜ਼ੀਰੋਜ਼ ਨਹੀਂ ਹਨ ਇਹ ਚ ਜ਼ੀਰੋ ਹੈਗੀਆਂ ਇਹ ਚ ਸਿੱਧਾ ਲੌਜੀਕ ਆ 729 ਕਿਹਦਾ ਕਿਊਬ ਕਿਹੜੇ ਨੰਬਰ ਦਾ ਕਿਊਬ ਹੁੰਦਾ 729 ਹੁੰਦਾ 9 ਦਾ ਕਿਊਬ ਪਤਾ ਆ 9 ਦਾ ਕਿਊਬ ਕਿੰਨਾ ਹੁੰਦਾ 729 ਪੜਿਆ ਸੀ ਆਪਾਂ 1 ਤੋਂ ਲੈ ਕੇ 10 ਤੱਕ ਕਿਊਬ ਕੀਤੇ ਹੋਇਆ ਪ੍ਰੀਵੀਅਸ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਤੇ 9 into 9 into 9 ਕਿੰਨਾ 729 ਆਇਆ ਠੀਕ ਹੈ। ਤੇ ਨਾਲ 1000 ਆ 1000 ਦਾ ਕਿਊਬ ਰੂਟ ਕਿੰਨਾ ਆਣਾ 10 तो ਇਹਦਾ ਆਨਸਰ ਸਿੱਧਾ ਹੀ 90 ਆ ਦੇਖੋ ਇਹ ਹੁਣ ਬ੍ਰੇਨ ਤੁਸੀਂ ਆਪਣਾ ਯੂਜ਼ ਕਰਨਾ ਨਾ ਜਿਹੜੇ ਇਦਾਂ ਦੇ ਸੌਖੇ ਸਵਾਲ ਹੋਣਗੇ ਉਹਦਾ ਆਰਾਮ ਨਾਲ ਹੋ ਜਾਣੇ ਮਿੰਟੋ ਮਿੰਟ ਹੀ ਹੋਣੇ ਆ ਠੀਕ ਹੈ। ਫਾਸਟ ਕੈਲਕੂਲੇਸ਼ਨ ਹੁੰਦੀਆਂ ਜਦੋਂ ਆਪਾਂ ਤੇ ਕੈਲਕੂਲੇਸ਼ਨ ਕੋਈ ਕਰਨੀ ਆ ਫਟਾਫਟ ਕਰਨੀ ਆ ਪ੍ਰਾਈਮ ਫੈਕਟਰਸ नो डाउट जरूरी है पर इनू अलग अलग तरीके नाल इदा कीता जा सकता ठीक है। इत्थे हुण की हैगा 4 5 6 5 3 3 इहदा हुण आपां करना ते फिर लास्ट ही साडा सम होएगा बाकी तुसीं खुद करने हन ठीक है। तो ये सम मैं हुण करन लगा सम नंबर कितना हैगा जी 3 ठीक है की हैगा 5 4 5 6 4 5 6 5 3 3 यही है। तो ਇਹਦੇ ਹੁਣ ਪ੍ਰਾਈਮ ਫੈਕਟਰਸ ਸਭ ਤੋਂ ਪਹਿਲਾਂ ਤੇ ਅਸੀਂ ਦੇਖਣਾ ਹੈਗਾ ਵੀ ਇਹ 3 ਤੇ ਜਾਂਦਾ ਕਿ ਨਹੀਂ 3 ਤੇ ਕਿੱਦਾਂ ਪਤਾ ਲੱਗਦਾ ਦੇਖੋ 3 ਔਰ 9 ਦਾ ਡਿਵੀਜ਼ਿਬਿਲਟੀ ਰੂਲ ਸੇਮ ਆ ਅਗਰ 3 ਤੇ ਨਹੀਂ ਜਾ ਰਿਹਾ ਤਾਂ 9 ਤੇ ਵੀ ਨਹੀਂ ਜਾਣਾ ਠੀਕ ਹੈ। ਤੇ ਜਦੋਂ ਇੱਥੇ ਪਿੱਛੇ 3 ਆ ਜਾਂਦਾ ਜ਼ਿਆਦਾਤਰ ਇਹ ਜ਼ਿਆਦਾ 7 ਤੇ ਹੁੰਦੇ ਆ ਠੀਕ ਹੈ ਡਿਵੀਜ਼ੀਬਲ ਹੁੰਦੇ ਆ 6 ਦਾ ਡਿਵੀਜ਼ਿਬਿਲਟੀ ਰੂਲ ਜਿਹੜਾ ਹੈਗਾ ਉਹ 3 ਤੇ 2 ਨਾ ਹੋਣਾ ਚਾਹੀਦਾ ਉਹ ਵੀ ਨਹੀਂ ਹੋਣਾ ਹੈਗਾ ਇੱਥੇ ਠੀਕ ਹੈ। ਤਾਂ 3 ਨਾਲ ਜੇ ਤੁਸੀਂ ਇਹਨੂੰ ਐਡ ਕਰੋ 5 plus 4 कितना 9 हो गया 9 plus 6 कितना 15 15 plus ਜਿਹੜਾ 5 है वो हो गया 20 20 plus 6 कितना हो गया 3 हो गया ना 3 plus 3 6 26 बनता पिया 26 3 ਦੇ ਟੇਬਲ 'ਚ ਨਹੀਂ ਆਉਂਦਾ ਨਾ 9 ਦੇ ਟੇਬਲ 'ਚ ਆਉਂਦਾ ਇਹਦਾ ਮਤਲਬ ਇਹ 3 ਦੇ ਨਾਲ ਡਿਵੀਜ਼ੀਬਲ ਨਹੀਂ ਹੈਗਾ ਨਾ ਹੀ 6 ਨਾਲ ਸੌਰੀ 9 ਨਾਲ ਡਿਵੀਜ਼ੀਬਲ ਆ ठीक है। उस तो बाद ना ही ये 6 ਨਾਲ ਡਿਵੀਜ਼ੀਬਲ ਆ ना ही ये 5 ਨਾਲ डिविजिबल आ क्योंकि 5 ਦਾ डिविजिबिलिटी रूल आ कि वंस प्लेस ਤੇ ਕੀ ਚਾਹੀਦਾ ਸਾਨੂੰ 5 ਜਾਂ 0 ਠੀਕ ਹੈ 5 ਜਾਂ 0 ਚਾਹੀਦਾ ਤਾਂ ਹੀ 5 ਨਾਲ ਡਿਵਾਈਡ ਹੋਏਗਾ ਠੀਕ ਹੈ। 5 ਦੇ ਟੇਬਲ 'ਚ ਤੁਸੀਂ ਦੇਖ ਲਓ 5 ਦੇ ਟੇਬਲ 'ਚ ਕਦੀ ਵੀ ਐਂਡ ਦੀ ਪੋਜੀਸ਼ਨ ਜਿਹੜੀ ਆ ਜਾਂ 5 ਆਉਂਦੀ ਆ ਜਾਂ 0 ਆਉਂਦੀ ਆ 5 ਦੁਣੀ 10 5 ਦੀ 15 ਵੰਸ ਪਲੇਸ ਤੇ ਜਾਂਦਾ 5 ਆਊ ਜਾਂ 0 ਆਊਗਾ ਓਕੇ। ਤਾਂ ਇਹਦਾ ਮਤਲਬ 5 ਤੇ ਵੀ ਡਿਵੀਜ਼ੀਬਲ ਨਹੀਂ ਹੈਗਾ 6 ਤੇ ਤਾਂ ਨਹੀਂ ਹੋਣਾ ਕਿਉਂਕਿ 6 ਲਈ ਹੁੰਦਾ ਕਿ 2 ਨਾਲ ਵੀ ਹੋਣਾ ਚਾਹੀਦਾ 3 ਨਾਲ ਵੀ ਹੋਣਾ ਚਾਹੀਦਾ ਫਿਰ 6 ਨਾ ਹੁੰਦਾ ठीक है। रह गया 7 फिर 7 रह गया 8 रह गया तो 2 ही तो है तो 7 ना करके देख लेने इहनूं डिवाइड कर लो 7 ना ठीक है इहनूं साइड ते डिवाइड कर लेना इहनूं 7 ते जदों तुसीं डिवाइड करोगे करके देखना पैना तुहानूं ठीक है। द 4 5 6 5 3 3 इहनूं लैके इहनूं 7 ना की कर दो डिवाइड कर दो ठीक है। 7 5 35 सब तो पहला कितना 7 5 35 7 6 42 पहला ते ये 5 ते नहीं 6 ते जाएगा ठीक है। 7 6 किन्ने हो गए 42 ओके ਤੇ ਇਹਦੇ ਵਿੱਚੋਂ 3 ਬਾਰ ਗਏ ਠੀਕ ਹੈ 7 5 35 ਫਿਰ ਉਸ ਤੋਂ ਬਾਅਦ 1 ਕੈਰੀ ਹੋ ਗਏ ਤੇ ਨਾਲ ਇਹਦੇ ਨਾਲ ਕੀ ਆ ਗਿਆ 5 ਠੀਕ ਹੈ। ਫਿਰ 7 दूनी किन्ने हो गए 14 ओके 1 कैरी हो गया 15 माइनस 14 ਜਿਹੜਾ ਹੈਗਾ 1 15 माइनस 14 1 हो गया
ਤੇ ਉਸ ਤੋਂ ਬਾਅਦ ਨਾਲ ਇਹਦੇ ਕੈਰੀ ਕੀ ਹੋਣਾ 3 7 दूनी 14 ਹੁੰਦੇ ਤੇ 7 एकम 7 आ जाना ठीक है 6 आ गया 9 7 63 आ गए ठीक है तो 63 नीचे कट गया 0 तो ਇਹਦਾ मतलब ये 7 ਤੇ ਹੀ ਜਾ ਰਿਹਾ 65219 ठीक है डिविजिबिलिटी रूल चंगी तरह समझो 2 ਦੀ डिविजिबिलिटी रूल 2 ਕਿਹਦੇ ਨਾਲ डिविजिबल है 2 ਕਿਹੜੇ ਨੰਬਰ ਨਾਲ ਜਿੰਨੇ ਵੀ ਈਵਨ ਨੰਬਰ ਹਨ 2 ਦਾ डिविजिबिलिटी रूल ਇਹੀ ਹੈ ਕਿ ਵਨਸ ਪਲੇਸ ਤੇ ਅਗਰ 2 ਹੋਵੇ ਇਹ ਰੂਲ ਪਤਾ ਹੋਣੇ ਚਾਹੀਦੇ ਤੁਹਾਨੂੰ 2 ਹੋਵੇ 4 ਹੋਵੇ 6 ਹੋਵੇ 8 ਹੋਵੇ 10 ਹੋਵੇ ਠੀਕ ਹੈ ਅਗਰ ਇਹ ਕੋਈ ਵੀ ਇਹਦੇ ਵਿੱਚੋਂ ਯਾਨੀ ਕਿ 0 ਹੋਵੇ ਕੋਈ ਵੀ ਇਹਨਾਂ ਵਿੱਚੋਂ ਡਿਜਿਟ ਹੈਗਾ ਵਨਸ ਪਲੇਸ ਤੇ ਯਾਨੀ ਕਿ ਇਕਾਈ ਅੰਕ ਤੇ ਠੀਕ ਹੈ ਇਕਾਈ ਅੰਕ ਅਗਰ ਕੋਈ ਵੀ ਹੈ ਤਾਂ ਉਹ ਈਵਨ ਨੰਬਰ ਆ ਤਾਂ ਈਵਨ ਨੰਬਰ ਸਾਰੇ 2 ਨਾਲ ਡਿਵੀਜ਼ੀਬਲ ਹੁੰਦੇ ਆ ਠੀਕ ਹੈ ਕਲੀਅਰ 3 ਦਾ डिविजिबिलिटी रूल ਕੀ ਹੈ 3 ਦੇ ਲਈ ਕੀ ਆਪਾਂ ਕਰਦੇ ਹਾਂ ਅੰਕਾਂ ਦਾ ਜੋੜ ਤੇ ਉਹ ਕਿਹੜੇ ਟੇਬਲ ਚ ਆਣਾ ਚਾਹੀਦਾ 3 ਦੇ ਜਾਂ ਫਿਰ 9 ਦੇ ਤਾਂ 9 ਔਰ 3 ਦਾ डिविजिबिलिटी रूल सेम ਹੁੰਦਾ ਡਿਜਿਟ ਦਾ ਐਡੀਸ਼ਨ ਕਰ ਦੇਣੀ ਐਡੀਸ਼ਨ ਕਰਕੇ ਦੇਖਣਾ ਕਿ ਉਹ 3 ਦੇ ਟੇਬਲ ਚ ਆਉਂਦਾ ਕਿ ਨਹੀਂ ਆਉਂਦਾ ਹੈਗਾ ਠੀਕ ਹੈ ਸਮਝ ਆਈ ਗੱਲ ਕਿ ਨਹੀਂ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਹ ਅਦਰਵਾਈਜ਼ ਤੁਹਾਡੇ ਲਈ ਫਿਰ ਦਿੱਕਤ ਆਣੀ ਹੈ ठीक है उस दे नाल ही चलो ਆਪਾਂ ਹੁਣ 4 ਦਾ ਵੀ ਕਰ ਲੈਨੇ 4 ਦਾ डिविजिबिलिटी रूल ਕੀ ਹੁੰਦਾ 4 ਦਾ डिविजिबिलिटी रूल ਇਹ ਹੈਗਾ ਕਿ ਜਿੰਨਾ ਵੀ ਤੁਹਾਡੇ ਕੋਲ ਨੰਬਰ ਦਿੱਤਾ ਹੈ ਉਹਦੇ ਲਾਸਟ 2 ਡਿਜਿਟ ਜਿਹੜੇ ਨੇ ਠੀਕ ਹੈ ਲਾਸਟ 2 ਡਿਜਿਟ 1s ਤੇ 10s ਪਲੇਸ ਵਾਲੇ ਉਹ ਜਾਂ ਤਾਂ 4 ਨਾਲ ਡਿਵੀਜ਼ੀਬਲ ਹੋਣ ਜਾਂ ਉਹ 4 ਦੇ ਮਲਟੀਪਲ ਹੋਣ ਠੀਕ ਹੈ ਤਾਂ ਫਿਰ ਉਹ 4 ਦੇ ਨਾਲ ਕੰਪਲੀਟਲੀ ਡਿਵੀਜ਼ੀਬਲ ਹੋਏਗਾ ਇਹਦੇ ਵਿੱਚ ਲਾਸਟ 2 ਡਿਜਿਟ ਦੇਖੀਦੇ ਸਿੰਪਲ ਵੇ ਦੇ ਨਾਲ ਠੀਕ ਹੈ ਅਸੀਂ ਇਹ ਕਰਦੇ ਹਾਂ ਤੇ ਉਸ ਤੋਂ ਬਾਅਦ 5 ਦਾ डिविजिबिलिटी रूल ਕੀ ਆ 1s ਪਲੇਸ ਤੇ ਕੀ ਚਾਹੀਦਾ 5 ਜਾਂ ਫਿਰ 0 ਇਹ 5 ਦਾ डिविजिबिलिटी रूल ਹੈ ਫਿਰ ਉਸ ਤੋਂ ਬਾਅਦ ਨੈਕਸਟ ਕੀ ਹੈਗਾ ਨੈਕਸਟ ਹੈਗਾ 6 ਦਾ डिविजिबिलिटी रूल 6 ਨਾਲ ਕੌਣ ਡਿਵਾਈਡ ਕਰ ਸਕਦਾ ਜਾਂ ਤਾਂ ਜਿਹੜਾ 2 ਨਾਲ ਵੀ ਡਿਵੀਜ਼ੀਬਲ ਹੋਵੇ ਔਰ 3 ਦੇ ਨਾਲ ਵੀ ਡਿਵੀਜ਼ੀਬਲ ਹੋਵੇ 2 ਦੇ ਨਾਲ ਵੀ ਔਰ 3 ਦੇ ਨਾਲ ਵੀ ਉਹ 6 ਨਾਲ ਡਿਵਾਈਡ ਕਰੇਗਾ ਉਸ ਤੋਂ ਬਾਅਦ ਆ ਗਿਆ 7 ਦਾ 7 ਦਾ डिविजिबिलिटी रूल ਕੀ ਆ 7 ਦਾ डिविजिबिलिटी रूल ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਡਿਫਰੈਂਸ ਬਿਟਵੀਨ ਟਵਾਈਸ the unit digit of a given number and the remaining part of the given number should be multiple of 7 or it should be equal to 0 ठीक है ਇਹਦਾ ਮਤਲਬ ਕੀ ਹੈਗਾ ਇਹਦਾ ਮਤਲਬ ਮੈਂ ਤੁਹਾਨੂੰ ਸਮਝਾ ਦਿੰਦਾ ਹੁਣ तो ਇਹਨੂੰ ਸਮਝਣ ਲਈ 7 ਦੇ डिविजिबिलिटी रूल ਨੂੰ ਸਮਝਣ ਲਈ ਅਸੀਂ ਇੱਕ ਨਾ ਐਗਜ਼ਾਮਪਲ ਲੈ ਲੈਣੇ ਮੰਨ ਲਓ ਸਾਡੇ ਕੋਲ 133 ਆ ਤੁਸੀਂ ਚੈੱਕ ਕਰਨਾ ਕਿ ਇਹ ਡਿਵੀਜ਼ੀਬਲ ਹੈਗਾ 7 ਦੇ ਨਾਲ ਜਾਂ ਨਹੀਂ ਹੈਗਾ ਤੁਸੀਂ ਕੀ ਕਰਨਾ ਪਹਿਲਾਂ 1s ਪਲੇਸ ਜਿਹੜੀ ਹੈ ਆਹ ਵਾਲੀ ਇਸ 1s ਪਲੇਸ ਦਾ ਡਬਲ ਕਰ ਦੇਣਾ ਕੀ ਕਰ ਦੇਣਾ ਡਬਲ ਕਰ ਦੇਣਾ ਠੀਕ ਹੈ ਡਬਲ ਕਰਕੇ ਕਿੰਨਾ ਮਿਲਿਆ ਤੁਹਾਨੂੰ 6 ਉਸ ਤੋਂ ਬਾਅਦ ਅਗਲੇ ਜਿਹੜੇ 2 ਡਿਜਿਟ ਹੈਗੇ ਆ ਠੀਕ ਹੈ ਜਾਂ ਰਿਮੇਨਿੰਗ ਡਿਜਿਟ ਜਿੰਨੇ ਵੀ ਆ ਠੀਕ ਹੈ ਰਿਮੇਨਿੰਗ ਡਿਜਿਟ ਆ ਉਹ ਰਿਮੇਨਿੰਗ ਡਿਜਿਟ ਉਹਦੇ ਵਿੱਚੋਂ ਮਾਈਨਸ ਕਰ ਦੇਣੇ 6 ਦੇ ਵਿੱਚੋਂ मतलब रिमेनिंग डिजिट ਨੂੰ 6 ਉਹਦੇ ਵਿੱਚੋਂ 6 ਮਾਈਨਸ ਕਰ ਦੇਣੇ ਕਿੰਨਾ ਮਿਲਿਆ ਤੁਹਾਨੂੰ 7 तो 7 ਉਹਦਾ ਮਲਟੀਪਲ ਹੈ तो ਇਹਦਾ ਮਤਲਬ ਇਹ 133 ਜਿਹੜਾ ਹੈਗਾ ਉਹ 7 ਨਾਲ ਡਿਵੀਜ਼ੀਬਲ ਹੈ ਠੀਕ ਹੈ तो ਇਹਦਾ ਰੂਲ ਇਹ ਹੁੰਦਾ ਕਿ ਜੋ ਵੀ ਨੰਬਰ ਜਿਹੜਾ ਹੈ ਅਗਰ ਉਹ ਡਿਵੀਜ਼ੀਬਲ ਹੋਏਗਾ 7 ਦੇ ਨਾਲ ਤਾਂ ਉਹਨਾਂ ਦੇ ਡਿਫਰੈਂਸ ਜਿਹੜੇ ਨੇ ਡਿਫਰੈਂਸ ਬਿਟਵੀਨ ਹੈ ਡਿਫਰੈਂਸ ਕਿਹੜਾ ਹੈਗਾ ਟਵਾਈਸ ਦੀ ਨੰਬਰ ਆਫ ਵਨਸ ਪਲੇਸ ਠੀਕ ਹੈ ਜਿਹੜਾ ਕਿ ਯੂਨਿਟ ਪਲੇਸ ਤੇ ਹੋਏਗਾ ਗਿਵਨ ਨੰਬਰ ਦੇ ਵਿੱਚ ਤਾਂ ਰਿਮੇਨਿੰਗ ਪਾਰਟ ਆਫ ਦੀ ਗਿਵਨ ਨੰਬਰ ਜੋ ਵੀ ਬਾਕੀ ਪਾਰਟ ਹੈਗਾ ਗਿਵਨ ਨੰਬਰ ਦਾ ਉਹਨਾਂ ਦੋਨਾਂ ਦਾ ਡਿਫਰੈਂਸ ਜਿਹੜਾ ਹੈ 6 ਜਿੱਦਾਂ ਇਹਦੇ ਵਿੱਚ 6 ਸੀਗਾ ਡਬਲ ਇਹਦਾ ਤੇ ਰਿਮੇਨਿੰਗ ਪਾਰਟ ਕਿੰਨਾ 13 ਰਹਿ ਗਿਆ 13 ਨੂੰ 6 ਚੋਂ ਮਾਈਨਸ ਕੀਤੇ 7 ਆ ਗਿਆ 7 ਜਿਹੜਾ ਉਹਦੇ ਟੇਬਲ ਦੇ ਵਿੱਚ ਆਉਂਦਾ ਹੈ ਠੀਕ ਹੈ तो ਇਹ 7 ਦਾ ਡਿਵੀਜ਼ੀਬਿਲਟੀ ਰੂਲ ਹੈ ਓਕੇ ਕਲੀਅਰ ਸਮਝ ਆ ਗਈ ਗੱਲ तो ਇਸ ਤਰ੍ਹਾਂ ਕਰਨਾ ਹੈਗਾ ਹੁਣ ਇਹ ਦੇਖੋ ਇਹ ਤੁਹਾਨੂੰ ਰੂਲ ਪਤਾ ਹੋਣ ਤਾਂ ਫਿਰ ਤੁਹਾਡੇ ਨਾਲ ਜਿਹੜੇ ਤੁਸੀਂ ਸਮ ਕਰ ਸਕਦੇ ਆ ਠੀਕ ਹੈ 8 ਦਾ ਡਿਵੀਜ਼ੀਬਿਲਟੀ ਰੂਲ ਕੀ ਆ ਉਹ ਵੀ ਕਰ ਲਓ 8 ਦਾ ਡਿਵੀਜ਼ੀਬਿਲਟੀ ਰੂਲ ਹੁੰਦਾ ਹੈ ਕਿ ਜਿਹੜਾ ਵੀ ਨੰਬਰ ਹੈ ਉਹ ਨੰਬਰ ਜਿਹੜਾ ਲਾਸਟ ਉਹਦੇ 3 ਡਿਜਿਟ ਦੇਖਣੇ ਕਿੰਨੇ 3 ਲਾਸਟ ਵਾਲੇ ਜੋ ਵੀ ਨੰਬਰ ਹੋਏਗਾ ਉਹਦੇ ਆਖਰੀ 3 ਡਿਜਿਟ ਦੇਖਣੇ ਹੁੰਦੇ ਆਖਰੀ 3 ਡਿਜਿਟ ਜਿਹੜੇ ਨੇ ਅਗਰ ਉਹ 8 ਦੇ ਨਾਲ ਡਿਵੀਜ਼ੀਬਲ ਹੈ ਤਾਂ ਫਿਰ ਉਹ ਨੰਬਰ ਕੰਪਲੀਟਲੀ ਡਿਵੀਜ਼ੀਬਲ ਹੋਏਗਾ ਸਿੰਪਲ ਜੀ ਗੱਲ ਹੈ ਠੀਕ ਹੈ ਸਮਝ ਆਈ ਗੱਲ तो इन्ने याद रखो बाकी तो चलो बाद की गल है 9 का तुहानू पता लग गया जो 3 का डिविजिबिलिटी रूल है अंकों का जोड़ वही 9 का होना ये सारे पता होने चाहिए फिर तुहाडी कैलकुलेशन फास्ट होनी है इनू हुण कॉपी ते तुसीं नोट करियो जो मैं दस्सिया हैगा इनू कॉपी ते नोट करना नाल लिखियो जरूर इनू कॉपी ते जो मैं इहदे विच बोलिया है इनू जरूर लिखियो कॉपी ते डिविजिबिलिटी रूल एक बार समझाते हैं ठीक है एक बार मैं इहदा शॉर्ट लैक्चर भी एक तैयार कर दूंगा कि डिविजिबिलिटी रूल डिफरेंट डिजिट दे की हुंदे ने ठीक है
ਤੇ ਇਹ ਕਿਉਂਕਿ ਇਹ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਗੱਲਾਂ ਆ, ਅੱਗੇ ਜਾ ਕੇ ਵੀ ਤੁਹਾਨੂੰ ਕੰਮ ਆਉਣੀ ਆ 8ਵੀਂ ਕਲਾਸ ਤੋਂ ਬਾਅਦ ਜਦੋਂ ਤੁਸੀਂ ਅਗਲੀ ਹਾਇਰ ਗ੍ਰੇਡਸ ਆਣਾ ਉਹਦਾ ਵੀ ਇੰਪੋਰਟੈਂਟ ਆ, ਕਿਤੇ ਕੰਪੀਟੀਟਿਵ ਦਾ ਐਗਜ਼ਾਮ ਦੇਣਾ ਉੱਥੇ ਵੀ ਇੰਪੋਰਟੈਂਟ ਆ। ਸਮਝ ਆਈ ਗੱਲ? ਤੋ ਇਹ ਸੀਗਾ ਜੀ ਤੁਹਾਡਾ ਸਮ ਨੰਬਰ ਅਸੀਂ ਕਰਦੇ ਪਏ ਸੀਗੇ ਤੇ ਉਹ ਹੁਣ ਅਸੀਂ ਕਰ ਲੈਂਦੇ ਆ। 4th ਸਮ ਜੇ 7 ਤੇ ਗਿਆ ਸੀ, 3rd ਸਮ ਸੀਗਾ, ਫਿਰ ਉਸ ਤੋਂ ਬਾਅਦ ਇਹ 7 ਤੇ ਫਿਰ ਜਾਏਗਾ ਕਿਉਂਕਿ ਕਿਊਬ ਰੂਟ ਫਾਈਂਡ ਆਊਟ ਕਰਨਾ ਹੈ ਤੇ ਕਿਊਬ ਰੂਟ ਹੋਣਾ ਹੀ ਹੋਣਾ ਹੈ। ਇਹਦਾ ਮਤਲਬ ਜੇ ਇੱਕ ਵਾਰ 7 ਤੇ ਚਲਾ ਗਿਆ ਤੇ 2 ਵਾਰ ਹੋਰ ਜਾਣਾ ਹੱਲੇ, ਕਿਉਂਕਿ ਕਿਊਬ ਰੂਟ ਜਦੋਂ ਕਹਿ ਹੀ ਦਿੱਤਾ ਤੁਹਾਨੂੰ ਫਾਈਂਡ ਕਰੋ ਜੀ, ਇਹਦਾ ਮਤਲਬ ਉਹਦਾ ਆਨਸਰ ਪੱਕਾ ਸ਼ੋਰ ਆਉਣਾ ਹੀ ਆਉਣਾ। ਜੇ ਤੁਸੀਂ 2 ਤੇ ਡਿਵੀਜ਼ਿਬਿਲਟੀ ਸ਼ੁਰੂ ਕਰ ਦਿੱਤੀ ਤਾਂ ਘੱਟੋ ਘੱਟ ਉਹ 3 ਵਾਰ ਤੇ ਜਾਣੀ ਆ ਘੱਟੋ ਘੱਟ, ਕਿਉਂਕਿ ਕਿਊਬ ਰੂਟ ਸਰਟਨ ਹੈ, ਤੁਹਾਨੂੰ ਸਾਮੀ ਇਦਾਂ ਦਾ ਪਾਇਆ ਕਿ ਹੈ ਆਉਂਦਾ ਉਹਦਾ ਫਾਈਂਡ ਹੁੰਦਾ ਆ ਤੇ ਉਹ ਅਸੀਂ ਕਰ ਰਹੇ ਹਾਂ। 7 ਤੇ ਇੱਕ ਵਾਰ ਕੀਤਾ ਤੇ ਅਗਲਾ ਵੀ 7 ਤੇ ਹੀ ਜਾਊਗਾ। ਠੀਕ ਹੈ, ਸਮਝ ਆਈ? ਤੋ ਇਹਨੂੰ ਹੁਣ ਤੁਸੀਂ ਜਦੋਂ ਕਰੋਗੇ ਇਹ ਵਿੱਚੋਂ ਮੈਂ ਇੱਥੇ ਲਿਖ ਦਿੰਦਾ 9317। ਠੀਕ ਹੈ, ਸੱਤੂ ਨਾਮ 63, ਇਹਨੂੰ ਤੁਸੀਂ ਫਾਈਂਡ ਆਊਟ ਸੱਤੂ ਦੀਆਂ 21, ਉਸ ਤੋਂ ਬਾਅਦ ਸੱਤੂ ਦੀਆਂ 21 ਫਿਰ 7 ਏਕਮ 7 ਤੇ ਲਾਸਟ ਵਿੱਚ ਫਿਰ ਸੱਤੂ 7 49। ਠੀਕ ਹੈ, ਇਦਾਂ ਆਣਾ ਹੈ। ਫਿਰ ਇੱਕ ਵਾਰ 7 ਤੇ ਜਾਏਗਾ। ਹੁਣ ਅੱਠੂ ਨਾਮ 63 ਹੁੰਦੇ ਨੇ ਇਹਦੇ 7 ਆ, ਸੌਰੀ 7 ਜਿਹੜਾ ਹੈਗਾ यार तो कट हो गया, मैं गलत बोलता ना। अठू नाम कितने होंगे, मैं दोबारा करना पड़ा। तो स्टूडेंट्स ये 7 ते जाएगा। ठीक है, 7 ते डिविजिबिलिटी यदि होनी है तो ये 1331 ਜਿਹੜਾ ਆ ਇੱਥੇ ਵੈਲਿਊ ਆਏਗੀ। ਠੀਕ ਹੈ, ਉਸ ਤੋਂ ਬਾਅਦ ਇਹਨੂੰ 11 ਤੇ ਕੱਢਣਾ ਹੈ 121, ਉਸ ਤੋਂ ਬਾਅਦ ਫਿਰ 11 11। ਠੀਕ ਹੈ, तो ਇਹ ਦੇਖੋ ਹੁਣ ਇੱਥੇ ਕੀ ਹੈਗਾ 7 into 7 into 7, ਇਹਦੇ ਵਿੱਚੋਂ ਇੱਕ 7 ਬਾਹਰ ਆ ਗਿਆ, 11 3 ਵਾਰ ਹੈ, ਉਹਦੇ ਵਿੱਚੋਂ ਇੱਕ 11 ਬਾਹਰ ਆ ਗਿਆ, ਤਾਂ ਇਹਦਾ ਮਤਲਬ ਇਹਦਾ ਆਨਸਰ 77 ਹੋਏਗਾ। ਠੀਕ ਹੈ, ਸੋ ਇਹ ਸੀਗੇ ਬੱਚੋ ਸਮ। ਬਾਕੀ ਇਹਦੇ ਜਿਹੜੇ 2 ਸਮ ਰਹਿ ਗਏ ਉਹ ਤੁਸੀਂ ਆਪ ਕਰ ਲੈਣੇ, ਉਹ ਵੀ ਸੌਖੇ ਹੀ ਆ। ਉਹਦੇ ਵਿੱਚ ਪਹਿਲਾ ਸਮ ਜਿਹੜਾ ਹੈਗਾ ਉਹ 5th ਆ ਤਾਂ ਚਲੋ ਹੋ ਹੀ ਜਾਣਾ, ਹੁਣ ਤੁਹਾਨੂੰ ਪਤਾ ਲੱਗ ਹੀ ਗਿਆ। ਆ 2 ਰਹਿ ਗਏ, ਇਹ ਹੁਣ ਤੁਸੀਂ ਆਪ ਕਰਨੇ ਨੇ। ਠੀਕ ਹੈ, ਥੈਂਕ ਯੂ ਵੈਰੀ ਮਚ। ਇਹਦੀ ਐਕਸਰਸਾਈਜ਼ ਜਿਹੜੀ ਆ ਤੁਸੀਂ ਹੁਣ ਕਰ ਲਈਓ। ਥੈਂਕ ਯੂ ਜੀ।